क्योंकि प्रधान माड़ा मोटा प्रोटोकॉल सिर्फ दो चीज़ों मैं कहना चाहना तुसीं एक एग्जाम्पल दी मैनू क्षमा करना बड़े साडे सीनियर नेता आगू सब पार्टियां दे लोग आए ने सांपला जी हले बीजेपी की गल रखणगे लेकिन मैं भी इस विषय के उत्ते एक छोटी जी गल तुहाडे दो पॉइंटां तो कहना चाहता तुसीं क्या किसान आजाद सी मेरा कीनू 40 साल पहला तो कलकत्ते विकदा सी क्या अंबरसर का किसान दिल्ली जाके कणक ते झोना बेच सकदा ਉਹਦੀ ਜ਼ਰੂਰਤ ਨਹੀਂ ਸਾਹਿਬ ਜ਼ਰੂਰਤ ਮੈਂ ਤਾਂ ਉਹੀ ਆਜ਼ਾਦੀ ਦੀ ਗੱਲ ਹੈ ਨਾ ਇੱਕ ਮਿੰਟ ਸੂਦ ਸਾਹਿਬ ਦੇਖੋ ਕਿਆ ਤੁਸੀਂ ਕੀਨੂ ਦੀ ਗੱਲ ਕੀਤੀ ਤੁਸੀਂ ਕੀਨੂ ਦੀ ਗੱਲ ਕੀਤੀ ਮੈਂ ਤੁਹਾਡੇ ਤੋਂ ਕਣਕ ਝੋਨਾ ਜਿਹੜੀਆਂ ਮੇਨ ਫਸਲਾਂ ਨੇ ਸਾਡੀਆਂ ਮੈਂ ਤਾਂ ਚਲੋ ਦਿੱਲੀ ਛੱਡੋ ਇੱਕ ਮਿੰਟ ਮੋਗੇ ਦਾ ਕਿਸਾਨ ਜਾ ਕੇ ਕਿਆ ਫਰੀਦਕੋਟ ਮੰਡੀ 'ਚ ਵੇਚ ਸਕਦਾ ਨਹੀਂ ਵੇਚ ਸਕਦਾ ਨਹੀਂ ਕੌਣ ਰੋਕਦਾ ਸਾਹਿਬ ਕੌਣ ਰੋਕਦਾ ਸਾਹਿਬ ਰੋਕ ਹੈ ਜੀ एक मिनट साहब, एक मिनट दूसरी देखो गुप्ता साहब नहीं एक मिनट सर आर्ग्यू नहीं करना चाहते गुप्ता साहब बैठे हैं सोच साहब मेरा जवाब दे दें सर एक प्रश्न एक प्रश्न हो रहा है एक मिनट जी एक प्रश्न हो रहा है सर सोच साहब एक क्या किसान नहीं सांपला जी ਤੁਸੀਂ ਐਵੇਂ ਨਹੀਂ ਅਸੀਂ ਚਲਿए ਜਾਖੜ ਸਾਹਿਬ ਮੁੰਬਈ ਜਾ ਕੇ ਕਿਸਾਨ ਨੂੰ ਜ਼ਮੀਨ ਵੇਚਣੀ ਪਈ ਇਸੇ ਕਰਕੇ ਐਸਡੀਐਮ ਦੀ ਪ੍ਰੋਵੀਜ਼ਨ ਰੱਖੀ ਹੈ ਕਿ 10 ਸਾਲ ਲੱਗਦੇ ਕੋਟਾਂ ਦੇ ਅੱਜ ਤਾਂ ਪ੍ਰੋਬਲਮ ਹੈ ਜੀ ਤੁਸੀਂ ਉਹਨੂੰ ਘੋਖਦੇ ਨਹੀਂ ਗੱਲ ਨੂੰ ਸਰ ਅੱਜ ਵੀ ਮੈਨੂੰ ਸੌਰੀ ਟੂ ਸੇ ਅੱਜ ਇੱਥੇ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਕਿ ਪੰਜਾਬ ਬਰਬਾਦ ਹੋ ਜਾਏਗਾ ਇਹ ਹੋ ਜਾਏਗਾ ਆਪਣੇ ਹੋ ਜਾਏਗਾ ਪਰ ਲੇਕਿਨ ਮੁੱਦਿਆਂ ਦੇ ਉੱਤੇ ਗੱਲ ਨਹੀਂ ਕੀਤੀ ਗਈ ਮੁੱਦਿਆਂ ਤੇ ਨਹੀਂ ਗੱਲ ਕੀਤੀ ਚਲਿਏ ਆਪਣੇ ਜਾਖੜ ਸਾਹਿਬ ਮੈਂ ਸਾਰਿਆਂ ਤੋਂ क्षमा ਮੰਗਦਾ ਸਾਡੇ ਅਰੁਣ ਸੂਦ ਜੀ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਭਾਜਪਾ ਦੇ ਪ੍ਰਧਾਨ ਨੇ ਮੈਂ ਉਹਨਾਂ ਦੀ ਇਸ ਡਿਬੇਟ ਦੇ ਵਿੱਚ ਥੋੜਾ ਜਿਹਾ ਵਿੱਚ ਆਪਣੀ ਮਧਿਅਸਥਤਾ ਕਰਦਾ ਹੋਇਆ ਅਸੀਂ ਕਿਉਂਕਿ ਆਪੋ ਆਪਣੇ ਵਿਚਾਰ ਰੱਖਣੇ ਆ ਔਰ ਵਿਚਾਰ ਜਿਨ੍ਹਾਂ ਨੇ ਰੱਖੇ ਉਹਨਾਂ ਦੀ ਵੀ ਆਪਣਾ ਪੱਖ ਹੋ ਸਕਦਾ ਹੈ ਪਰ ਸਾਡਾ ਵੀ ਆਪਣਾ ਪੱਖ ਹੋ ਸਕਦਾ ਸੋ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ 'ਚ ਬਹੁਤ ਹੀ ਸਤਿਕਾਰਯੋਗ ਗਿਆਨ ਚੰਦ ਗੁਪਤਾ ਜੀ ਸਾਡੇ ਹਰਿਆਣਾ ਦੇ ਜਿਹੜੇ ਸਪੀਕਰ ਸਾਹਿਬ ਪ੍ਰਵੀਨ ਜੀ ਜਿਨ੍ਹਾਂ ਦੀ ਰਹਿਨਮਾਈ 'ਚ ਅੱਜ ਆਏ ਸਾਡੇ ਬਹੁਤ ਹੀ ਸਤਿਕਾਰ ਜੀ ਸੁਨੀਲ ਕੁਮਾਰ ਜਾਖੜ ਜੀ ਸਾਡੇ ਬਜ਼ੁਰਗ ਢੀਂਡਸਾ ਸਾਹਿਬ ਸੁਖਦੇਵ ਸਿੰਘ ਢੀਂਡਸਾ ਜੀ ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਚੀਮਾ ਸਾਹਿਬ ਆਮ ਆਦਮੀ ਪਾਰਟੀ ਤੋਂ ਸਾਡੇ 'ਚ ਧਾਰਮਿਕ ਸ਼ਖਸੀਅਤਾਂ ਵੀ ਬੈਠੀਆਂ ਦਾਦੂਵਾਲ ਸਾਹਿਬ ਔਰ ਬਹੁਤ ਸਾਰੇ ਸਤਿਕਾਰਿਤ ਸਾਰੇ ਇਸ ਵਿਸ਼ੇ ਨੂੰ ਧਿਆਨ ਨਾਲ ਸੁਣ ਰਹੇ ਕਿਉਂਕਿ ਮੈਂ ਦੇਖ ਰਿਹਾ ਸੀ ਬੜੇ ਸਾਰੇ ਹੀ ਧਿਆਨ ਨਾਲ ਸੁਣ ਰਹੇ ਸੀ ਔਰ ਨੈਚੁਰਲੀ ਹੈ ਕਿ ਸਾਰਿਆਂ ਦਾ ਗੰਭੀਰ ਵਿਸ਼ਾ ਸੀ ਪਹਿਲਾਂ ਤਾਂ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਵੀਨ ਜੀ ਔਰ ਬਲਵਿੰਦਰ ਚੰਦ ਜੀ ਜੰਮੂ ਜੀ ਨੂੰ ਵਧਾਈ ਦਿਆਂਗਾ ਕਿ ਵੀ ਉਹਨਾਂ ਨੇ ਲੈਫਟ ਰਾਈਟ ਨੂੰ ਇਕੱਠਿਆਂ ਕੀਤਾ ਔਰ ਉਹਨਾਂ ਦੀ ਅੱਜ ਲਾਂਚਿੰਗ ਕੀਤੀ ਹੈ ਉਹਦੇ ਲਈ ਵਧਾਈ ਦੇ ਪਾਤਰ ਨੇ ਵੈਸੇ ਮੈਨੂੰ ਸੱਦਿਆ ਤੇ ਇਸ ਕਰਕੇ ਸੀ ਵੀ ਲਾਂਚਿੰਗ ਪਾਰਟੀ ਹੈ ਤੇ ਤੁਸੀਂ ਆਣਾ ਤੇ ਖਾ ਪੀ ਕੇ ਚਲੇ ਜਾਣਾ ਅੱਛਾ ਮੈਨੂੰ ਇਹਨਾਂ ਨੇ ਮੈਨੂੰ ਸੱਦਿਆ ਤੇ ਇਸੇ ਆਉਂਦੇ ਮੈਂ ਕਿਹਾ ਕਿ ਦੇਖੋ ਮੈਂ ਕਹਿ ਕੇ ਆਇਆ ਸੀ ਮੈਂ 6:30 ਵਜੇ ਆਣਾ ਕਿਉਂਕਿ ਮੈਂ ਜਾਣਾ ਵੀ ਦੂਰ ਔਰ ਸਵੇਰੇ ਫਿਰ ਕਿਤੇ ਸਵੇਰੇ ਤੜਕੇ ਉੱਠ ਕੇ ਜਾਣਾ ਹੁੰਦਾ ਤੇ ਔਰ ਆਵਾਂਗਾ ਤਾਂ 7 ਸਵਾ 7 ਵਜੇ ਚੱਲ ਜਾਵਾਂਗਾ ਕਹਿੰਦੇ ਠੀਕ ਹੈ ਤੇ 7 ਵਜੇ ਇਹਨਾਂ ਨੇ ਬਿਠਾਤਾ ਕਹਿੰਦੇ ਕਿ ਹੁਣ ਤੁਸੀਂ ਕਟਾਰੇ 'ਚ ਖੜੇ ਆ ਤੇ ਇਹਨਾਂ ਦੇ ਜਵਾਬ ਵੀ ਦੇਣੇ ਆ ਪਰ ਮੈਂ ਇਹਨਾਂ ਨੂੰ ਆਪਣੀ ਚਿੰਤਾ ਇਸ ਕਰਕੇ ਵਿਅਕਤ ਕਰਦਾ ਵੀ ਹਨੇਰਾ ਹੋਇਆ ਰਾਹ ਦੇ ਵਿੱਚ ਬਹੁਤ ਬੈਠੇ ਅੱਜ ਕੱਲ੍ਹ ਸਾਨੂੰ ਹੀ ਟਾਰਗੇਟ ਕਰਦੇ ਕਰਾਉਣ ਵਾਲੇ ਵੀ ਤੁਸੀਂ ਆ ਇਸ ਕਰਕੇ ਕਰਾਉਣ ਵਾਲੇ ਵੀ ਠੀਕ ਹੈ ਇਸ ਕਰਕੇ ਸਾਨੂੰ ਹੋਰ ਤਾਂ ਕੋਈ ਸਰਕਾਰ ਨੇ ਸਿਕਿਉਰਿਟੀ ਕੋਈ ਦੇਣੀ ਨਹੀਂ ਆ ਘੱਟੋ ਘੱਟ ਆਪਣੇ ਆਪ 'ਚ ਬਚਾਓ ਤਾਂ ਕਰ ਲਈਏ ਚਲਿਏ ਦੇਖ ਸੋ ਮੈਂ ਆਪਣੀ ਵੇਦਨਾ ਵਿਅਕਤ ਕੀਤੀ ਸੀ ਸੋ ਫਿਰ ਵੀ ਕਿਉਂਕਿ ਬਲਵਿੰਦਰ ਜੰਮੂ ਜੀ ਅੱਗੇ ਸਾਡਾ ਜ਼ੋਰ ਨਹੀਂ ਚੱਲ ਸਕਦਾ ਕਿਉਂਕਿ ਪੁਰਾਣਾ ਰਿਲੇਸ਼ਨ ਆ ਔਰ ਇੱਥੋਂ ਗੱਲ ਆ ਰਹੀ ਸੀ ਕਿ ਬਾਰ ਲੈਫਟ ਰਾਈਟ ਦੀ ਗੱਲ ਕਰ ਰਿਹਾ ਸੀ ਮੈਂ ਕਿਹਾ ਕਰ ਇੱਥੇ ਇਹ ਵੀ ਗੱਲ ਆਈ ਵੀ ਲੈਫਟ ਤੋਂ ਹੁਣ ਕਿੱਦਾਂ ਰਾਈਟ ਵੱਲ ਨੂੰ ਆ ਗਏ ਭਾਵ ਉਹਨਾਂ ਦੀ ਭਾਵਨਾ ਨੂੰ ਮੈਂ ਵੀ ਸਮਝ ਗਿਆ ਪਰ ਇੱਕ ਇਹ ਵੀ ਚੀਜ਼ ਹੈ ਕਿ ਲੈਫਟ ਰਾਈਟ ਨਿਊਜ਼ ਹੈ ਔਰ ਨਿਊਜ਼ ਦੀਆਂ ਲੈਫਟ ਤੇ ਰਾਈਟ ਦੋ ਬਾਹਾਂ ਹੁੰਦੀਆਂ ਤੇ ਬਾਹਾਂ ਦਾ ਮਤਲਬ ਤਾਕਤ ਹੁੰਦਾ ਹੈ ਸੋ ਅੱਜ ਨਿਊਜ਼ ਦੀ ਤਾਕਤ ਇਹ ਬਣੇ ਚੈਨਲ ਐਸੀਆਂ ਸਾਡੀਆਂ ਸ਼ੁਭਕਾਮਨਾਵਾਂ ਔਰ ਜਦੋਂ ਤਾਕਤ ਮਜ਼ਬੂਤ ਹੋਵੇ
शरीर स्वस्थ होवे तो फिर दिमाग सही काम करता, इस करके लैफ्ट राइट जोड़ा काम भी सही करे। क्योंकि कई बार आप बलविंदर जी कि चैनलों बारे मेरे तो पहला सारे ने शंकावां दिखाती, कई बार असी लैफ्ट राइट में होंदे हुए कई अपनियां रिश्तेदारियां या अपनी यारियां दोस्तियां भी निभाने हैं, पर नाल नाल असी अपना कर्तव्य जोड़ा न्यूज़ का जिन्होंने आप कहने कि चौथा पिलर है वो हक ते सच की आवाज़ आ, पंजाबीयत की गल करते हैं, वो डायलिंगां च ना रहे, उन्होंने मजबूती ना वो पहरा दोगे, ऐसी सानू पूरी आशा। और इस आश नाल मैं तुहानू सारिਆਂ ਨੂੰ ਪਹਿਲਾਂ ਤਾਂ ਵਧਾਈ देना। सो अज बलविंदर जी ने यारी दोस्ती के विच गल नूं वो कहंदे हुंदे जट पलाई लस्सी ते पैरां नूं गिट्टियां नूं पाई रसी। ਉਹ ਜੱਟ ਚੱਲ ਗਲ ਨੂੰ ਪਾ ਲਓ, ਤੁਸੀਂ ਪਟਾ ਪਾ ਲਓ ਜਾਂ ਪੈਰਾਂ ਨੂੰ ਪਾ ਲਓ, ਮਤਲਬ ਤਾਂ ਉਹਨਾਂ ਕੀ ਹੈ ਬਈ ਇਹਨਾਂ ਨੇ ਪਿਆਰ ਪਿਆਰ ਦੇ ਨਾਲ ਸਾਨੂੰ ਚਾਹ ਪਾਣੀ ਤੇ ਸੱਦ ਕੇ ਤੇ ਫਸਾਇਆ ਤੇ ਇਹਨੂੰ ਕਹਿੰਦੇ ਖਟਾਰੇ 'ਚ ਖੜਾ ਹੋ ਜਾ। ਪਰ ਫਿਰ ਵੀ ਬਹੁਤ ਸਾਰੇ ਵਿਚਾਰ ਕਿਸਾਨੀ ਨੂੰ ਲੈ ਕੇ ਆਇਆ। ਅੱਜ ਦਾ ਵਿਸ਼ਾ ਵੀ ਕਿਸਾਨੀ ਸੀ। ਚੀਮਾ ਸਾਹਿਬ ਨੇ ਵਿੱਚ ਐਸਸੀ ਫੈਕਟਰ ਨੂੰ ਵੀ ਛੇੜਿਆ। ਅੱਜ ਮੈਂ ਪਹਿਲਾਂ ਤਾਂ इत्थों शुरू करांगा कि जिथों साडे किसी साथी ने एक शंका भी व्यक्त की तो रंधावा जी ने गल की और जिहदी क्लैरिफिकेशन देने की कोशिश की अपने जाखड़ साहब ने। मैं ये जरूर कहांगा ये जिहड़ियां शंकावां जाखड़ साहब ने व्यक्त कीतियां ये सारियां वो शंकावां आ जिहड़ियां इस एक्ट तो आउण तो पहलां दीयां सीगियां। ਜਿਹੜੀ ਤੁਹਾਡੀ ਆਜ਼ਾਦੀ ਸੀ ਜਾਂ ਗੁਜਰਾਤ ਦੀ ਕਿਸੇ ਦੀ ਮਿਸਾਲ ਦੇ ਰਿਹਾ ਕਿਸੇ ਦੀ ਨਹੀਂ, ਇਹ ਉਸ ਜਗ੍ਹਾ ਦੀਆਂ ਜਿਹੜੀਆਂ ਇਸ ਐਕਟ ਤੋਂ ਇਸ ਐਕਟ ਦੇ ਵਿੱਚ ਪਹਿਲਾਂ ਇਹਨੂੰ ਸਮਝਣ ਦੀ ਵੀ ਗੱਲ ਹੈ, ਕਿਉਂਕਿ ਮੈਨੂੰ ਉਹਦੇ ਤੇ ਜ਼ਿਆਦਾ ਮੈਂ ਬੋਲਣਾ ਨਹੀਂ ਸੀ, ਪਰ ਮੈਨੂੰ ਹੁਣ ਸਫਾਈ ਦੇਣੀ ਪਈ। ਇਸ ਐਕਟ ਦੇ ਵਿੱਚ ਪਹਿਲੀ ਗੱਲ ਜਿਹੜੀ ਇਹਨਾਂ ਨੇ ਸ਼ੰਕਾ ਲਿਖਾਈ ਕਿ ਉਹਦੀ ਜ਼ਮੀਨ ਲਿਖਾ ਲਾਂਗੇ, ਇਹਦੇ 'ਚ ਪਹਿਲਾਂ ਹੀ ਇਹ ਕਲੌਜ਼ ਹੈ ਕਿ ਕਦੇ ਵੀ ਐਗਰੀਮੈਂਟ ਹੁੰਦੇ ਹੋਏ ਉਹਦੀ ਫਸਲ ਦਾ ਹੋਏਗਾ ਕੰਟਰੈਕਟ ਹੋਏਗਾ, ਉਹਦੇ 'ਚ ਕਿਤੇ ਵੀ ਜ਼ਮੀਨ ਨੂੰ ਕੰਟਰੈਕਟ ਦੇ ਵਿੱਚ ਉਹਦੇ 'ਚ ਨਹੀਂ ਆਏਗੀ ਔਰ ਉਹਦੇ ਤੇ ਕਿਸੇ ਵੀ ਹਾਲਤ ਦੇ ਵਿੱਚ ਕੰਟਰੈਕਟਰ ਉਸ ਜ਼ਮੀਨ ਦੇ ਉੱਤੇ ਕਾਬਜ਼ ਨਹੀਂ ਹੋ ਸਕਦਾ, ਭਾਵੇਂ ਘਾਟਾ ਪਵੇ ਤੇ ਭਾਵੇਂ ਵਾਧਾ ਪਵੇ, ਕਿਸੇ ਵੀ ਹਾਲਤ ਦੇ ਵਿੱਚ ਇਸ ਦੇ ਉੱਤੇ ਕੰਟਰੈਕਟਰ ਜਿਹੜਾ ਜ਼ਮੀਨ ਦੇ ਉੱਤੇ ਕਾਬਜ਼ ਹੀ ਨਹੀਂ ਹੋ ਸਕਦਾ। ਇਹ ਉਹਦੀ ਸ਼ਰਤਾਂ ਦੀ ਕਲੌਜ਼ ਹੋਏਗੀ ਜਦੋਂ ਐਗਰੀਮੈਂਟ ਲਿਖਿਆ ਜਾਏ। ਹੁਣ ਦੂਸਰਾ ਜਿਹੜਾ ਸੀ ਇਹਦੇ 'ਚ ਫਾਇਦਾ ਕੀ ਹੈ? ਅੱਜ ਜਿਹੜੀ ਘਾਟੇ ਦੀ ਗੱਲ ਕੀਤੀ, ਵਾਧੇ ਦੀ ਗੱਲ ਕੀਤੀ, ਅੱਜ ਜਦੋਂ ਠੇਕਾ ਕੰਟਰੈਕਟ ਹੋਏਗਾ, ਪੰਜਾਬੀ 'ਚ ਮੈਂ ਕਹਿ ਰਿਹਾ ਠੇਕਾ ਹੀ ਹੋਏਗਾ, ਕੰਟਰੈਕਟ ਨੂੰ ਠੇਕਾ ਹੀ ਕਹਿੰਦੇ ਅਸੀਂ। ਜਦੋਂ ਉਹਨਾਂ ਵਿੱਚ ਆਪਸ ਵਿੱਚ ਠੇਕਾ ਹੋਏਗਾ, ਪਟਾ ਲਿਖਿਆ ਜਾਏਗਾ, ਉਹਦੇ 'ਚ ਇਹ ਜ਼ਰੂਰ ਲਿਖਿਆ ਜਾਏਗਾ ਕਿ ਇਹ ਆਲੂ ਮੰਨ ਲਓ ਜਾਂ ਟਮਾਟਰ ਕੋਈ ਇੱਕ ਫਸਲ ਦੀ ਲੈ ਲਈਏ ਕਿ ਟਮਾਟਰ ਅੱਜ ਅਸੀਂ ਬੀਜਣਾ ਹੈ, ਅਸੀਂ ਇਹ ਕੈਚਅਪ ਬਣਾਉਣ ਵਾਲਿਆਂ ਨਾਲ ਬੀਜਣਾ, ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਅਸੀਂ ਕਿਸੇ ਵੀ ਕੰਪਨੀ ਦੀ ਗੱਲ ਕਰ, ਕਿਉਂਕਿ ਇੱਥੇ ਕਿਸੇ ਕੰਪਨੀ ਦੀ ਐਡ ਨਹੀਂ ਕਰਨੀ, ਇਸ ਕਰਕੇ ਕਿਸੇ ਦਾ ਨਾਂ ਨਹੀਂ ਲੈਣਾ। ਉਹ ਟਮਾਟਰ ਬੀਜਣਾ ਚਾਹੁੰਦਾ ਹੈ, ਪਰ ਉਹਦੇ 'ਚ ਇਹ ਲਿਖਿਆ ਜਾਏਗਾ ਕਿ ਜਦੋਂ ਇਹ ਫਸਲ ਦਾ ਟਮਾਟਰ ਉਹ ਉੱਗ ਕੇ ਮੰਡੀ 'ਚ ਜਾਣ ਵਾਲਾ ਹੋ ਜਾਏਗਾ, ਲਿਜਾਇਆ ਜਾਏਗਾ, ਤੇ ਇਹਦਾ ਰੇਟ ਕੀ ਹੋਏਗਾ ਉਹ ਠੇਕੇਦਾਰ ਉਸ ਵੇਲੇ ਕਿਸਾਨ ਦੇ ਨਾਲ ਤੈਅ ਕਰੇਗਾ। ਭਾਵ ਉਹ 10 रुपए कर लेंदा कि टमाटर मैं 10 रुपए किलो देंगा, वो जिन्नी फसल जाएगी वो 10 रुपए दे करना होएगा। और इस ठेके दी शर्तां दे विच ये भी है कि मार्केट दे विच जे टमाटर 12 रुपए हो जाएगा तो ठेकेदार किसान नू 12 रुपए देगा, पर इन केस जे ठेके दे विच वो 9 रुपये आ जाता है मार्केट का वैल्यू, तो ठेकेदार उन्होंने 10 रुपये ही देगा। ये उस कंट्रैक्ट च है। ये दसो किसान के फायदे च कि नुकसान च है। और ये भी है कि ठेकेदार जोड़ा भी कंट्रैक्टर होएगा, अगर उत्थे फसल बीजदा उसकी कोई प्रोसैसिंग लई या किसी भी सिस्टम लई उत्थे कोई स्ट्रक्चर बनाउंदा है, तो उस स्ट्रक्चर के उत्ते जो कुछ भी खर्चा आउंदा है वो बैठ के किसान ना कर सकता कि मैं हुण मेरा तेरा कंट्रैक्ट खत्म हो गया, ए मेरा खर्चा आ ये तू दे दे। पर जे वो किसान कहता कि मेरे को हिम्मत है नहीं, तो कंट्रैक्टर या तो वो अपना पट के अपना सच समान जो भी है ले जा सकता है। अगर वो कहता कि मैनू पट्टन दे नाल दुगना खर्चा आता है तो वो किसान ने उन्होंने कुछ नहीं देना, वो स्ट्रक्चर भी किसान की मालकीयत होएगी, वो भी किसी भी जगह पर कंट्रैक्टर का कोई दावा नहीं होएगा। हुण ये दस दो मैनू किसान के कितने नुकसान च, कितने नुकसान च नहीं है।
और इस कंट्रैक्टर ਨੂੰ ਸਿੱਧੀ ਜਿਹੜੀ ਮੇਰੀ ਅੱਗੇ ਕਈ ਵਾਰੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਸਾਰੇ ਕੰਟਰੈਕਟ ਨੂੰ ਸਮਝਣ ਦੀ ਕੋਸ਼ਿਸ਼ ਨਾ ਤਾਂ ਕੀਤੀ ਜਾ ਰਹੀ ਹੈ ਔਰ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿਸੇ ਤਰੀਕੇ ਨਾਲ ਭੋਲੇ ਭਾਲੇ ਕਿਸਾਨ ਨੂੰ ਇਹ ਸਮਝ ਨਾ ਆ ਜਾਏ, ਇਹਦੀ ਅਗਰ ਸਾਰੀ ਚਿੰਤਾ ਕੀਤੀ ਜਾ ਰਹੀ ਹੈ। ਹੁਣ ਜੇ ਆਪਾਂ ਕਹਿ ਰਹੀਏ, मैं दूसरा विषय कि जे किसी के कोई सवाल होएगा मैं ये बाद भी जवाब दे देंगा, मैं पूरी तरह उन्होंने पढ़िया है। दूसरा जड़ा MSP ते गल चली, अज तुसी अज गल कर रहे हो 2017 का जड़ा चुनाव जाखड़ साहब ने जारी किया, क्योंकि एज ए प्रेजिडेंट जारी किया, कैप्टन साहब जो मुख्यमंत्री ने ਉਹਦੇ ਵਿੱਚ भी ये गल पूरी तरह तय सी कि असी जिहड़ा आ मंडी नूं ओपन मार्केट च लैके जावांगे। और लिखिया है कि दस्तावेज तुसी इंटरनेट ते जाओ और इन्हां दे मैनीफेस्टो नूं 2017 नूं देख लो, अगर किसी नूं पेज च नहीं पता होएगा असी दे देंगे, असी उन्हां नूं डाउनलोड करके तुहाडे तक पहुंचा देंगे। सो 2017 दे विच इन्हां ने कल्ला मैनीफेस्टो नहीं सी, 2017 च विधान सभा च भी पास करता, चीमा साहब उहदे गवाह ने, चीमा साहब तो विधान सभा दे विच बकायदा वो सी कि 2017 दे विच वही एक्ट जिहड़ा आ वो पास हो जाता है। बहुत वधिया, किसी पंजाब दे विच किते किते कोई हलचल नहीं आई कि MSP नूं हुण किदां तुसीं वो कहता कि ओपन मंडी दे विच किदां चले जाएगा। उस वेले अडानी अडवानी क्यों नहीं याद आए, अज आने चाहिए। मैं कहना कि चिंता जिहड़ी सारिਆਂ ਦੀ किसानां ਦੀ, मेरी भी चिंता आ। सब तो पहला तो असीं ये दस देना चाहुंदे कि किसान साडी रीढ़ दी हड्डी है, कल्ले पंजाब दी नहीं, हर एक व्यक्ति दी, किसान दी कल्ले दी मंडी दे नाल नहीं, हर व्यक्ति मजदूर दी, क्योंकि मैं मजदूरां दी फैमिली चों निकलिया है। किसान दी फसल खेत च आएगी तो पल्लेदार नूं काम मिलेगा, किसान दी फसल आएगी तो रेहड़ी वाले नूं, ढोई वाले नूं काम मिलेगा, सफाई वाले नूं मिलेगा। किसान दी फसल तो जदों खत्म हो जाती, खराब हो जाती है, उसनूं तो सरकारां मुआवजा दे दिंदियां, पर जिन्हां फैमिलियां दे विचों मैं आया अज तक किसी ने भी उन्हां परिवारां दे उत्ते कदी ये कहा कि पल्लेदारां दा भी काम खत्म हो गया, उन्होंने भी मुआवजा दे दीए। कभी किसी ने कहा कि रेहड़ी वाले का अज काम नहीं चलिया, अज उन्होंने भी दे दीए, कभी नहीं, क्योंकि असी साडा दर्द भी वही है। किसान बढ़ेगा फुलेगा तो मेरे समाज के लोग भी अगे बढ़णगे, मेरा दर्द भी उन्ना ही है। सो ऐसा तो है नहीं कि मेरा दर्द उन्ना ही होवे ते मैं अखां मीट के सुना, ऐसा भी नहीं, ये भी नाल, क्योंकि मैं अपना दिमाग भी इस्तेमाल करता। सो एक मिनट मैं पानी लेता, अगर क्षमा चाहना देखो मैनू इदा आ, एक पासे तुसीं मैनू खटारे च खड़ा करते, एक पासे मैनू कहंदे नहीं, एक पासे तुसीं मैनू कहंदे जवाब दिओ। आही समस्या आ कि जिहड़ी चीज़ असीं समझाउणी चाहुंदे आ वो समझण दी तक पहुँच नहीं पा रही, यही असीं दसना चाहुंदे आ। हाँ जी, देखो गल इदा है कि हुण तुसीं सुनिया, मैं सब कुछ सुनिया, हुण इन्ना है कि भी थोड़ा जिहा बर्दाश्त तो थानू भी करना। हुण कल्ला जदों इन्ना ही इत्थे बस नहीं, 2019 का चुनाव आया, MP का इलैक्शन जाखड़ साहब ने भी लड़िया और उसे मैनीफेस्टो च लड़िया जिहदे विच इह लिखिया सी कि असीं ओपन मार्केट विच जावांगे। ये जिहड़ी जिस दा विरोध करदे आ वो इन्हां दे मैनीफेस्टो च लिखिया सी। अज जे इन्हां दे भी MP जे आए आ, भावें थोड़े आए या ज़्यादा आए, जिन्ने भी आए उहदे ते भी लिखिया सी। वैसे मैं चीमा साहब ये भी कहांगा कि मैनीफेस्टो तुसीं अपना भी आम आदमी का भी पढ़ लो, मैं वो भी पढ़ लिया, ਉਹਦੇ ਵਿੱਚ भी यही लिखा है कि असीं ओपन मार्केट दे विच लैके जावांगे। सो ऐसी कोई पार्टी इत्थे नहीं कि जिहड़ी कह रही है कि भी असीं ओपन मार्केट च नहीं जावांगे। सारिਆਂ ने कहा अज जे असीं उही कीता जो तुसीं कहा, असीं उही कहा कि जो चीमा साहब की पार्टी ने किया, असीं उही कीता जो जाखड़ साहब की पार्टी ने किया। दसो की गुनाह किया? असीं कोई गुनाह नहीं किया। और ये भी है कि जदों दिल्ली दे विच मीटिंगां होंदियां सी तो साडे पंजाब दे जिहड़े नुमाइंदे भी सी और बकायदा कह के आए कि तो तुसीं गल कर रहे हो, असीं तो 17 च लागू भी करता। जिथे तक गल ये जे तुसीं कीता 17 च लागू हो गया, किसी नूं इतराज़ नहीं। कॉन्ट्रैक्ट फार्मिंग की गल करदे आ, 2013 दे विच पंजाब च लागू हो गया,
ਕਿਸੇ ਨੂੰ ਕੋਈ ਚਿੰਤਾ ਨਹੀਂ, ਕਿਸੇ ਦੀ ਕੋਈ ਸਮੱਸਿਆ ਨਹੀਂ। ਔਰ ਉਹ ਸਮੱਸਿਆ ਜਿਹੜੀਆਂ ਅੱਜ ਇੱਥੇ ਦੱਸੀਆਂ ਜਾ ਰਹੀਆਂ ਇਹ ਉਹਨਾਂ ਕੰਟਰੈਕਟਰਾਂ ਦੇ ਉੱਤੇ ਚੱਲ ਰਹੀਆਂ ਸੀ ਜਿਹੜੀਆਂ ਔਰ ਜਿਨ੍ਹਾਂ ਦੇ ਉੱਤੇ ਚਿੰਤਾ ਕੀਤੀ ਹੋਈ। ਅੱਜ ਮੋਦੀ ਜੀ ਨੇ ਇਹ ਚਿੰਤਾ ਕੀਤੀ ਕਿ ਭਾਈ ਸਾਹਿਬ ਕਿਸਾਨ ਜਿਹੜਾ ਆ ਉਹ ਕਿਸੇ ਵੀ ਤਰੀਕੇ ਨਾਲ ਤਬਾਹ ਨਹੀਂ ਹੋਣਾ ਚਾਹੀਦਾ, ਇਸ ਕਰਕੇ ਉਹਦਾ ਖਿਆਲ ਰੱਖਣਾ ਸਾਡਾ ਕਰਤੱਵ ਹੈ। ਔਰ ਜਦੋਂ ਤੁਸੀਂ MSP ਆਏਗੀ, ਅੱਜ MSP ਜਿਹੜੀ ਕਿਤੇ ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਾਂ ਕਿਸੇ ਪਾਸੇ ਵੀ ਕਿਤੇ ਨਹੀਂ ਹੋਏਗੀ। ਮੰਡੀ ਦਾ ਐਕਟ ਅਲੱਗ ਚੀਜ਼ ਹੈ, MSP ਅੱਜ ਤੱਕ ਕਦੀ ਵੀ ਕਿਸੇ ਦੇ ਵੀ ਐਕਟ ਦਾ ਹਿੱਸਾ ਨਹੀਂ ਰਿਹਾ। ਨਹੀਂ ਤਾਂ ਮੇਰੇ ਤੋਂ, ਮੈਂ ਤਾਂ ਹਲੇ ਬਹੁਤ ਛੋਟਾ, ਮੈਂ ਤਾਂ 10-20 ਸਾਲ ਹੋਏ ਆ ਮੇਰੀ ਰਾਜਨੀਤੀ 'ਚ, ਮੈਂ ਤਾਂ ਲੇਬਰ ਦਾ ਆਦਮੀ ਇੱਥੇ ਤੱਕ ਪਹੁੰਚਿਆ। ਪਰ ਮੇਰੇ ਤੋਂ ਸਾਰੇ ਸਿਆਣੇ ਇੱਥੇ ਬੈਠੇ ਨੇ, ਉਹਨਾਂ ਸਾਰਿਆਂ ਨੇ ਇਹਨਾਂ ਦੇ ਉੱਤੇ ਧਿਆਨ ਕੀਤਾ। ਔਰ ਅੱਜ ਜਦੋਂ ਇਹ ਵੀ ਗੱਲ ਇੱਥੇ ਚੱਲ ਰਹੀ ਸੀ ਕਿ ਇੰਨਾ ਚਿਰ ਹੋ ਗਿਆ ਕਿਸਾਨ ਨੇ ਪੰਜਾਬ ਦੀ ਨੁਹਾਰ ਵਧੀ, ਇਹ 'ਚ ਕੋਈ ਸ਼ੱਕ ਨਹੀਂ। ਪੰਜਾਬ ਨੂੰ ਨਹੀਂ, ਪੂਰੇ ਹਿੰਦੁਸਤਾਨ ਦਾ ਅੰਨਦਾਤਾ ਆ, ਕਿਸਾਨ ਨੂੰ ਅੰਨਦਾਤਾ ਹੈ। ਕਿਸਾਨ ਸਾਡਾ ਸਨਮਾਨੀ ਹੈ, ਕਿਸਾਨ ਦੇ ਹਿੱਤ 'ਚ ਕੰਮ ਕਰਨਾ ਸਾਡਾ ਕੰਮ ਹੈ, ਇਹਦੇ ਲਈ ਕੋਈ। ਪਰ ਇਹਦੇ 'ਚ ਜੇ MSP ਸਿਰਫ 2 ਫਸਲਾਂ ਤੇ ਆਈ, ਬਾਕੀ ਤੇ ਕਿਉਂ ਨਹੀਂ ਆਈ? ਦੋਸ਼ੀ ਕੌਣ ਹੈ? ਦੋਸ਼ੀ ਕੌਣ ਹੈ? ਕਾਰਨ ਕੀ ਹੈ? ਕਾਰਨ ਇਹ ਹੈ ਕਿ ਸਰਕਾਰਾਂ ਨੇ ਪਾਲਿਸੀਆਂ ਤਾਂ ਬਣਾਈਆਂ, ਪਾਲਿਸੀਆਂ, ਕਿਉਂਕਿ ਉਸ ਵੇਲੇ ਤਾਂ ਸਾਡੀ ਸਰਕਾਰ ਨਹੀਂ ਸੀ, ਜਾਖੜ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਪਾਲਿਸੀ ਵਧੀਆ ਬਣਾਈ। ਮੈਂ ਇਹ ਨਹੀਂ ਕਹਿੰਦਾ ਕਿ ਵਧੀਆ ਨਹੀਂ ਬਣਾਈ। ਇੱਕ PSS ਹੁੰਦਾ, ਜਿਹੜੀ ਪ੍ਰਾਈਸ ਸਪੋਰਟਿੰਗ ਜਿਹੜੀ ਹੈ ਸਿਸਟਮ ਵੀ ਹੁੰਦਾ ਹੈ। ਪ੍ਰਾਈਸ ਸਪੋਰਟਿੰਗ ਸਿਸਟਮ ਹੈ ਕਿ ਅੱਜ ਤੁਸੀਂ 2 ਫਸਲਾਂ ਤਾਂ ਖਰੀਦ ਲਈਆਂ, ਬਾਕੀ ਦਾਲਾਂ ਦੀ ਵੀ ਗੱਲ ਕਰਦੇ ਆ, ਮੱਕੀ ਦੀ ਗੱਲ ਕਰਦੇ ਆ, ਉਹਨਾਂ ਦੇ ਲਈ ਕੀ ਕੀਤਾ ਹੈ? ਉਹਨਾਂ ਲਈ ਪੰਜਾਬ ਦੇ ਵਿੱਚ ਨਾ ਤਾਂ ਕੋਈ ਪ੍ਰੋਪਰ ਫੂਡ ਪ੍ਰੋਸੈਸਿੰਗ ਦੀ ਮੰਨ ਲਓ ਉਸ ਨੂੰ ਸ਼ੁਰੂ ਕੀਤਾ ਗਿਆ, ਚਾਹੇ ਉਹ ਕਿਸੇ ਸਰਕਾਰ, ਮੈਂ ਕਿਸੇ ਉਹਦੇ ਤੇ ਨਹੀਂ ਦੋਸ਼ੀ ਕਹਿ ਰਿਹਾ, ਪਰ ਅੱਜ ਇਸ਼ੂ ਆ ਰਿਹਾ ਤਾਂ ਕਰ ਰਿਹਾ। ਪਰ ਮੋਦੀ ਜੀ ਨੇ ਇਹਦੇ ਉੱਤੇ ਚਿੰਤਾ ਵੀ ਕੀਤੀ ਹੈ, ਇਸ ਕਰਕੇ ਅੱਜ ਉਹਨਾਂ ਦੇ ਵਿਕਾਸ ਦੀ ਗੱਲ ਕਰ ਰਹੇ ਨੇ। ਅੱਜ ਜਿਹੜੇ ਪੰਜਾਬ 'ਚ ਕਿੰਨੀਆਂ ਏਜੰਸੀਆਂ ਖਰੀਦ ਕਰਦੀਆਂ ਜਦੋਂ ਮੰਡੀ ਦੇ ਵਿੱਚ ਹੁੰਦਾ, ਕਦੀ ਕਿਸੇ ਨੂੰ ਪਤਾ? ਸਾਰਿਆਂ ਨੂੰ ਪਤਾ ਹੈ। ਕਿਸਾਨ ਨੂੰ ਮਾਰਕਫੇਡ ਕਰਦੀ ਆ, ਹਾਊਸ ਫੇਅਰ ਕਰਦੀ ਆ, ਪਨਵੇਅਰ ਕਰਦੀ ਆ, ਕਈ ਏਜੰਸੀਆਂ, 4-5 ਏਜੰਸੀਆਂ ਪੰਜਾਬ 'ਚ ਜਿਹੜੀ ਖਰੀਦ ਕਰਦੀਆਂ, ਉਹ ਵੀ ਉਹੀ ਖਰੀਦ ਕਰਦੀਆਂ ਜਿਹੜੀਆਂ FCI ਖਰੀਦ ਕਰਦੀ ਹੈ, ਔਰ ਉਹੀ ਚੀਜ਼ ਖਰੀਦ ਕਰਦੀ ਹੈ ਜਿਹੜੀ ਬਾਅਦ ਦੇ ਵਿੱਚ FCI ਨੂੰ ਦੇਣ ਦੇ ਆ। ਜਦ ਕਿ ਇਹ ਜਿੰਨੀਆਂ ਬਾਕੀ ਫਸਲਾਂ ਦਾ ਮਕਸਦ ਇਹੀ ਹੁੰਦਾ ਕਿ ਪੰਜਾਬ ਆਪਣੀ ਹਰੇਕ ਸੂਬਾ, ਇਕੱਲੇ ਪੰਜਾਬ ਦੀ ਨਹੀਂ, ਹਰੇਕ ਸੂਬਾ ਆਪਣੇ ਉੱਥੇ ਦੀਆਂ ਲੋਕਲ ਫਸਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਜਿਹੜੀਆਂ ਏਜੰਸੀਆਂ ਦੀ ਖਰੀਦ ਕਰਕੇ ਤਾਂ ਕਿ ਕਿਸਾਨ ਨੂੰ ਸਹੀ ਮੁੱਲ ਮਿਲ ਜਾਏ, ਇਹਦੇ ਤੇ ਕੰਮ ਕਰਨਾ ਚਾਹੀਦਾ। ਤੇ ਅੱਜ ਤੱਕ ਕੰਮ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਇਹਦੇ ਤੇ ਚਿੰਤਾ ਕਿਉਂ ਕਰਨੀ ਹੈ? ਅੱਜ ਤੱਕ ਦਾਲਾਂ ਦੀ ਖਰੀਦ ਇੱਥੇ ਕਿਉਂ ਨਹੀਂ ਹੋਈ? ਅੱਜ ਜਿਹੜੀ ਫੂਡ ਪ੍ਰੋਸੈਸਿੰਗ ਜਿਹੜੀ ਮਾਰਕਫੇਡ ਇੱਕ ਪਾਕਟ ਜੀ ਬਣਾਉਂਦੀ ਆ, ਅਸੀਂ ਉਹ ਕਹਿੰਦੇ ਆ ਕਿ ਸਾਗ ਬਣਾਉਂਦੀ ਆ, ਹੋਰ ਬਣਾਉਂਦੀ ਆ, ਬਾਕੀ ਉਹਨੂੰ ਕਿਉਂ ਨਹੀਂ ਵਧਾਇਆ ਗਿਆ? ਕੀ ਕਾਰਨ ਰਹੇ ਨੇ? ਉਹਦੇ ਤੇ ਜਿਹੜੀ ਧਿਆਨ ਅੱਜ ਕਿਸਾਨ ਨੂੰ, ਜੇ ਤੁਸੀਂ ਕਿਸਾਨ ਦੇ ਇੰਨੇ ਦਰਦੀ ਹੋ, ਇੰਨਾ ਤੁਹਾਨੂੰ ਪਿਆਰ ਹੈ ਕਿਸਾਨੀ ਦੇ ਨਾਲ, ਕਿਸਾਨ ਨੂੰ ਜਿੰਦਾ ਰੱਖਣਾ ਚਾਹੁੰਦੇ ਹੋ, ਤੇ ਬਾਕੀ ਫਸਲਾਂ ਦੇ ਉੱਤੇ MSP ਦੀ ਜਿਹੜੀ ਆ ਉਹ ਖਰੀਦ ਹੋ ਜਾਏ, ਉਹਦੇ ਲਈ ਸਿਸਟਮ ਕਿਵੇਂ ਬਣਾਉਣਾ ਸੀ? ਉਹ ਸੂਬਾ ਸਰਕਾਰ ਦੀਆਂ ਜਿਹੜੀਆਂ ਇੰਨੀਆਂ ਏਜੰਸੀਆਂ ਸੀ ਉਹ ਅੱਜ ਨਕਾਰਾ ਕਿਉਂ ਕਰਕੇ ਰੱਖੀਆਂ? ਉਹਨੂੰ ਐਕਟਿਵ ਕਿਉਂ ਨਹੀਂ ਕਰ ਰਹੇ? ਔਰ ਇਹ ਸਾਰੀਆਂ ਜਦੋਂ ਐਕਟਿਵ ਨਹੀਂ ਹੋ ਰਹੀਆਂ, ਇਸ ਕਰਕੇ ਮੋਦੀ ਜੀ ਨੇ ਸਾਰੀਆਂ ਚੀਜ਼ਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਦੇ ਉੱਤੇ ਅੱਜ ਇਤਰਾਜ਼ ਆ। ਔਰ ਅੱਜ ਮੰਡੀ ਦੇ ਉੱਤੇ ਜਿਹੜਾ ਕਹਿ ਰਹੇ ਆ ਕਿ ਐਕਟ ਮਾੜਾ ਆ, ਉਹੀ ਐਕਟ ਪੰਜਾਬ 'ਚ 2017 ਤੋਂ ਲਾਗੂ ਆ। ਜਿਹੜਾ ਕੰਟਰੈਕਟ ਫਾਰਮ ਦੀ ਗੱਲ ਕਰ ਰਹੇ ਆ, ਉਹੀ ਐਕਟ 2013 ਤੋਂ ਲਾਗੂ ਆ। ਜਿਹੜੇ ਉਹਨਾਂ 'ਚ ਕਮੀਆਂ ਸੀ ਉਸ ਕੰਟਰੈਕਟ ਫਾਰਮਿੰਗ 'ਚ, ਇਹਨਾਂ ਐਕਟਾਂ ਦੇ ਵਿੱਚ ਦੀ ਉਹ ਕਮੀਆਂ ਨੂੰ ਦੂਰ ਕੀਤਾ ਗਿਆ। ਔਰ ਜਿਹੜੀਆਂ ਮੰਡੀ ਦੀਆਂ ਸਮੱਸਿਆਵਾਂ ਸੀ, ਕਿਸਾਨ ਨੂੰ ਆਉਣ ਵਾਲੀਆਂ ਸਮੱਸਿਆ ਸੀ, ਉਹਨਾਂ ਨੂੰ ਦੂਰ ਕੀਤਾ ਗਿਆ। ਇਹ ਇਹਨਾਂ ਐਕਟਾਂ ਦਾ ਤਿੰਨਾਂ ਦਾ ਮਕਸਦ ਹੈ। ਹੁਣ ਮੈਨੂੰ ਇੱਕ ਇਸ਼ੂ ਇਹ ਵੀ ਆਇਆ ਕਿ ਵੀ ਭਾਈ ਜੇ ਕਿਸਾਨ ਚਾਹੁੰਦਾ ਹੀ ਨਹੀਂ ਤੇ ਤੁਸੀਂ ਕਿਉਂ ਕਰ ਰਹੇ ਹੋ? ਇਹ ਵੀ ਇੱਕ ਸਾਰਿਆਂ ਦੇ, ਤੁਹਾਡੇ ਵਿੱਚੋਂ ਵੀ ਬਹੁਤ ਸਾਰਿਆਂ ਦਾ ਸਵਾਲ ਆਉਂਦਾ, ਜਦ ਮੈਂ ਚਾਹੁੰਦਾ ਹੀ ਨਹੀਂ ਤੇ ਤੁਸੀਂ ਮੇਰੇ ਲਈ ਕਿਉਂ ਐਕਟ ਬਣਾ ਰਹੇ ਹੋ? ਸਾਥੀਓ, ਮੈਂ ਇੱਕ ਤੁਹਾਨੂੰ ਹੋਰ ਦੱਸ ਦਿਆਂ, ਭਾਖੜਾ ਡੈਮ ਬਣਿਆ ਸੀ ਉਸ ਵੇਲੇ ਕਾਬਜ਼ ਸੂਬੇ 'ਚ ਵੀ ਤੇ ਕੇਂਦਰ 'ਚ ਵੀ ਕਾਂਗਰਸ ਪਾਰਟੀ ਸੀ, ਜਾਖੜ ਸਾਹਿਬ ਦੀ ਪਾਰਟੀ ਸੀ। ਇੱਕ ਇਸ਼ੂ ਉੱਠਿਆ ਸੀ ਕਿ ਦੇਖੋ ਜੀ ਡੈਮ ਬਣਾਤਾ, ਡੈਮ ਬਣਾ ਕੇ ਹੁਣ ਇਹ ਜਿਹੜੀ ਕਿਸਾਨੀ ਨੂੰ ਪਾਣੀ ਦੇਣਾ ਆ, ਇਹ ਤਾਂ ਫੋਕਾ ਪਾਣੀ ਦੇਣਾ ਆ, ਇਹ 'ਚੋਂ ਬਿਜਲੀ ਤਾਂ ਕੱਢ ਲਈ ਆ। ਇਹ ਬਹੁਤ ਸਾਰੇ ਇੱਥੇ ਜਿਹੜੇ ਮੰਨ ਲਓ ਮੇਰੀ ਗੱਲ ਨਾਲ ਸਹਿਮਤ ਹੋ ਰਹੇ, ਇਹ ਤੋਂ ਜਾਣਦੇ ਹੋਣਗੇ। ਔਰ ਇਹ 1 ਸਾਲ ਨਹੀਂ, 10 ਸਾਲ ਇਹਦਾ ਪ੍ਰਚਾਰ ਚੱਲਿਆ। ਉਸ ਵੇਲੇ ਸਾਡੇ ਵਜੂਦ ਭਾਰਤੀ ਜਨਤਾ ਪਾਰਟੀ ਤੋਂ ਸਰਕਾਰ ਦੇ ਵਿੱਚ ਨਹੀਂ ਸੀ, ਸਾਹਮਣਾ ਤੁਸੀਂ ਕੀਤਾ ਸੀ।
ਪਰ ਤੁਸੀਂ ਕਿਸਾਨ ਇਹ ਨਹੀਂ ਸੀ ਚਾਹੁੰਦਾ ਕਿ ਇੱਥੇ ਡੈਮ ਬਣੇ, ਕਿਸਾਨ ਨਹੀਂ ਸੀ ਚਾਹੁੰਦਾ ਬਿਜਲੀ। ਅੱਜ ਭਾਵੇਂ ਕਹਿ ਰਹੇ ਕਿਸੇ ਨੂੰ ਅਸੀਂ ਕਹੀਏ ਕਿ ਫੋਕਾ ਪਾਣੀ ਦੇਤਾ, ਉਸ ਨੂੰ ਤੁਹਾਡਾ ਮਜ਼ਾਕ ਸਮਝੇਗਾ, ਪਰ ਇਸ ਮਜ਼ਾਕ ਦੇ ਉੱਤੇ ਰਾਜਨੀਤੀ 10 ਸਾਲ ਹੋਈ ਹੈ। ਭਾਵ ਭੋਲੇ ਭਾਲੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ ਜਾ ਸਕਦਾ, ਔਰ ਇੱਥੇ ਹੋਇਆ, ਔਰ ਇਹਦਾ ਸਾਹਮਣਾ ਜਾਖੜ ਸਾਹਿਬ ਦੀ ਪਾਰਟੀ ਨੇ ਕੀਤਾ। ਔਰ ਇਹ ਵੀ ਮੈਂ ਕਹਾਂਗਾ ਕੰਪਿਊਟਰ ਦਾ ਯੁੱਗ ਹੈ। ਇੱਥੇ ਜਿੰਨੇ ਬੈਠੇ ਆ ਕੋਈ ਐਸਾ ਵਿਅਕਤੀ ਨਹੀਂ ਹੋਣਾ ਜਿਹਦੇ ਹੱਥ 'ਚ ਕੰਪਿਊਟਰ ਜਾਂ IT ਸੈਕਟਰ ਨੂੰ ਉਹ ਟੱਚ ਨਹੀਂ ਕਰਦਾ ਹੋਏਗਾ। ਹਰੇਕ ਕਿਤੇ ਨਾ ਕਿਤੇ ਮੋਬਾਈਲ ਦੇ ਥਰੂ ਜਾਂ ਕਿਸੇ ਨਾ ਕਿਸੇ ਅੱਜ ਅਸੀਂ ਚੈਨਲ ਦੀ ਸ਼ੁਰੂਆਤ ਵੀ ਕਰ ਰਹੇ ਹਾਂ। ਜੰਮੂ ਸਾਹਿਬ ਹੁਣ ਮੈਨੂੰ ਖਟਾਰੇ 'ਚ ਖੜ ਕੇ ਕਹਿੰਦਾ ਸਫਾਈ ਦੇਣ ਦੇ ਰਹਿਣ ਦੇ। ਅੱਜ ਅਸੀਂ ਇੱਥੇ ਖੜੇ ਹਾਂ, ਲੈਫਟ ਰਾਈਟ ਦੇ ਵਿੱਚ ਖੜੇ ਹਾਂ, ਭਾਵੇਂ ਮੇਰੇ ਲੈਫਟ ਪਾਸੇ ਆਣ ਕੇ ਆਪਣਾ ਕਰਤੱਵ ਨਿਭਾ ਰਹੇ ਆ, ਪਰ ਇਹ ਵੀ ਅੱਜ ਕੰਪਿਊਟਰ ਯੁੱਗ ਦੀ ਇੱਕ ਬਹੁਤ ਵੱਡੀ ਦੇਣ ਹੈ। ਔਰ ਮੈਂ ਜੇ ਕਹਾਂ ਕਿ ਇਹਦੇ 'ਚ ਰਾਜੀਵ ਗਾਂਧੀ ਜੀ ਦਾ ਬਹੁਤ ਵੱਡਾ ਦਮ, ਤਾਂ ਮੈਂ ਅਣਕਥਨੀ ਨਹੀਂ ਹੋਏਗੀ, ਕਿਉਂਕਿ ਉਸ ਵੇਲੇ ਸਰਕਾਰ 'ਚ ਸੀ, ਪਰ ਉਸ ਵੇਲੇ ਵੀ ਵਿਰੋਧ ਬਹੁਤ ਹੋਇਆ ਸੀ ਕਿ ਭਾਈ ਸਾਹਿਬ ਕੰਪਿਊਟਰ ਆ ਜਾਏਗਾ ਤੇ ਬਹੁਤ ਵੱਡੀ ਬੇਰੁਜ਼ਗਾਰੀ ਹਿੰਦੁਸਤਾਨ 'ਚ ਆ ਜਾਏਗੀ। ਔਰ ਅੱਜ ਮੈਨੂੰ ਦੱਸਦਿਆਂ ਤੁਹਾਨੂੰ ਵੀ ਹੈਰਾਨੀ ਹੋਏਗੀ, ਸੁਣਦਿਆਂ ਹੈਰਾਨੀ ਹੋਏਗੀ ਕਿ ਅੱਜ ਸਭ ਤੋਂ ਵੱਡਾ ਅਗਰ ਕੋਈ ਇੰਪਲਾਇਮੈਂਟ ਜਨਰੇਸ਼ਨ ਦੇਣ ਵਾਲਾ ਪ੍ਰੋਗਰਾਮ ਹੈ ਉਹ ਕੰਪਿਊਟਰ ਸੈਕਟਰ ਹੀ ਹੈ, ਉਹ IT ਸੈਕਟਰ ਹੀ ਹੈ। ਭਾਵ ਦੇਸ਼ ਦੀ ਜਨਤਾ ਸ਼ਾਇਦ ਕਿਤੇ ਭੋਲੇ ਭਾਲਿਆਂ ਨੂੰ ਗੁੰਮਰਾਹ ਕੀਤਾ ਜਾ ਸਕਦਾ, ਪਰ ਸੱਚਾਈ ਨੂੰ ਜਿਹੜਾ ਨਕਾਰਿਆ ਨਹੀਂ ਜਾ ਸਕਦਾ। ਹਕੀਕਤ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਦੀ ਜੀ ਨੇ ਜਿੰਨੇ ਵੀ ਅੱਜ ਤੱਕ ਦਾ ਕੰਮ ਕੀਤਾ ਉਹ ਕਿਸਾਨੀ ਨੂੰ ਮੁੱਖ ਰੱਖ ਕੇ ਕੀਤਾ। ਜਿੰਨੇ ਵੀ ਬਜਟ ਦੇਖ ਲਓਗੇ ਕਿਸਾਨੀ ਨੂੰ ਮੁੱਖ ਰੱਖ ਕੇ ਬਣੇ ਆ, ਚਾਹੇ ਉਹ ਜਿਹੜਾ ਮਰਜ਼ੀ ਜਿਹੜਾ ਦੇਖ ਲਓਗੇ, ਔਰ ਕਿਸਾਨੀ ਨੂੰ ਦੇ ਪ੍ਰਤੀ ਵਚਨਬੱਧ ਹੈ। ਨਹੀਂ ਤਾਂ ਹਰ ਸਾਲ ਤੁਸੀਂ ਹਰ ਸੀਜ਼ਨ ਦੇ ਉੱਤੇ ਖਾਦ ਹੈ ਨਹੀਂ ਦੇ ਧਰਨੇ ਲੱਗਦੇ ਦੇਖੇ ਸੀ। ਔਰ ਜਦੋਂ ਦੇ ਮੋਦੀ ਸਾਹਿਬ ਆਏ ਨਾ ਬੀਜ ਦੀ ਪ੍ਰੋਬਲਮ ਆਈ, ਨਾ ਖਾਦ ਦੀ ਪ੍ਰੋਬਲਮ ਆਈ, ਔਰ ਨਾ ਹੀ ਕਿਸੇ ਪਾਸੇ ਕਿਸਾਨੀ ਨੂੰ ਪ੍ਰੋਬਲਮ ਆਈ। ਜੇ ਕਿਤੇ ਬੀਜ ਦੀ ਪ੍ਰੋਬਲਮ ਆਈ ਤੇ ਉਹਦੇ 'ਚ ਦੋਸ਼ ਮੋਦੀ ਜੀ ਦਾ ਨਹੀਂ ਹੋ ਸਕਦਾ, ਕਿਸੇ ਹੋਰ ਦਾ ਹੈ। ਸੋ ਮੈਂ ਕਿਉਂਕਿ ਬਾਰ-ਬਾਰ ਦਿਲ ਤਾਂ ਕਰਦਾ ਕਿ ਇਹਨੂੰ ਪੂਰੀ ਤਰ੍ਹਾਂ ਮੈਂ ਕਰ ਸਕਾਂ, ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਫਿਰ ਵੀ ਕਿਤੇ ਮੌਕਾ ਮਿਲਿਆ ਤੇ ਕੱਲੋ ਹਲੇ ਤਾਂ ਮੈਂ ਕਿਉਂਕਿ ਇਸ਼ੂ SC ਦਾ ਵੀ ਛੇੜਿਆ ਸੀ, ਪਰ ਉਹਦੇ 'ਤੇ ਵੀ ਮੈਂ ਹੁਣ ਨਹੀਂ ਕਰਾਂਗਾ, ਕਿਉਂਕਿ ਇਹਦੇ ਲਈ ਅਗਲਾ ਕਿਤੇ ਮੰਚ ਮਿਲਿਆ ਤੇ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗਾ। ਮੈਂ ਆਪਣੇ ਦਿਲ ਦੇ ਵਲਵਲੇ ਔਰ ਤੁਹਾਡੀਆਂ ਕੁਝ ਗਲਤ ਫਹਿਮੀਆਂ ਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਔਰ ਬਹੁਤ ਸਾਰੇ ਪੁਆਇੰਟ ਮੈਨੂੰ ਸਮੇਂ ਦੀ ਘਾਟ ਕਰਕੇ ਛੱਡਣੇ ਪੈ ਰਹੇ। ਇਹਦੇ ਲਈ ਮੈਂ क्षमा ਚਾਹਾਂਗਾ। ਫਿਰ ਵੀ ਕਿਸੇ ਦੇ ਮਨ ਦੇ ਵਿੱਚ ਹੋਵੇ ਤਾਂ ਜੰਮੂ ਜੀ ਤੋਂ ਮੇਰਾ ਫੋਨ ਲੈ ਕੇ ਮੇਰੇ ਨਾਲ ਸਿੱਧੀ ਵੀ ਗੱਲ ਕਰ ਸਕਦਾ, ਔਰ ਕਿਸੇ ਨੂੰ ਰਿਟਰਨ 'ਚ ਵੀ ਕੋਈ ਚੀਜ਼ ਚਾਹੀਦੀ ਹੋਵੇ ਉਹ ਵੀ ਮੈਂ ਦੇ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਫਿਰ ਪ੍ਰਵੀਨ ਜੀ ਔਰ ਜੰਮੂ ਜੀ ਔਰ ਉਹਨਾਂ ਦੀ ਪੂਰੀ ਟੀਮ, ਗਰਵ ਪੰਜਾਬ ਔਰ ਤੁਹਾਡੀ ਲੈਫਟ ਐਂਡ ਰਾਈਟ TV ਦੀ ਅੱਜ ਇਸ ਇਨੋਗ੍ਰੇਸ਼ਨ ਦੇ ਉੱਤੇ ਮੈਂ ਲਾਂਚਿੰਗ ਦੇ ਉੱਤੇ ਤੁਹਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜੈ ਹਿੰਦ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸ਼੍ਰੀ ਰਾਮ।